कि ਆਪਾਂ ਜਿੱਦਾਂ ਹਰ ਹਫਤੇ ਪ੍ਰੈਸ ਕਾਨਫਰੰਸ ਕਰਦੇ ਹਾਂ ਜਿਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਅਗਰੈਸਿਵ ਕੈਂਪੇਨ ਜਿਹੜਾ ਚਲਾਇਆ ਗਿਆ ਪੂਰੀ ਸਟੇਟ ਦੇ ਵਿੱਚ ਔਰ ਉਸੇ ਹੀ ਇਵਜ ਦੇ ਵਿੱਚ ਇਸ ਹਫਤੇ ਦੇ ਵਿੱਚ ਪੰਜਾਬ ਪੁਲਿਸ ਨੇ 389 FIR ਦਰਜ ਕੀਤੀਆਂ ਅਤੇ 508 ਜਿਹੜੇ ਨੇ ਡਰੱਗ ਸਮਗਲਰ ਓਬਲੀਕ ਪੈਡਲਰਸ ਅਰੈਸਟ ਕੀਤੇ ਆ ਜਿਹਦੇ ਵਿੱਚ 40 ਕਮਰਸ਼ੀਅਲ ਕੇਸਿਸ ਦੀਆਂ FIR ਆ ਔਰ 63 ਜਿਹੜੇ ਨੇ ਸਮਗਲਰ ਉਹਦੇ ਵਿੱਚ ਫੜੇ ਆ ਜਿਹੜੇ ਕਿ ਆਪਾਂ ਜਿਨ੍ਹਾਂ ਨੂੰ ਵੱਡੇ ਦਰਜੇ ਦੇ ਸਮਗਲਰ ਕਹਿ ਸਕਦੇ ਹਾਂ ਕਿਉਂਕਿ ਉਹ ਕਮਰਸ਼ੀਅਲ ਕੇਸਿਸ ਦੇ ਵਿੱਚ ਇਨਵੋਲਵ ਆ। ਜਿਹੜੀ ਰਿਕਵਰੀ ਹੋਈ ਆ ਉਹਦੇ ਵਿੱਚ ਹੈਰੋਇਨ ਦੀ 8.37 ਕਿਲੋ ਜਿਹੜੀ ਰਿਕਵਰੀ ਆ, 32.28 ਕਿਲੋ ਓਪੀਐਮ ਦੀ ਰਿਕਵਰੀ ਆ, 53 ਕਿਲੋ 53 kg 53 ਕਿਲੋ ਗਾਂਜੇ ਦੀ ਰਿਕਵਰੀ ਆ ਔਰ 14,000 ਕਿਲੋ ਪੌਪੀ ਹਸਕ ਦੀ ਰਿਕਵਰੀ ਆ। ਔਰ ਜਿਹੜੀ ਸਭ ਤੋਂ ਕਾਬਲੇ ਤਾਰੀਫ ਜਿਹੜਾ ਕੰਮ ਕੀਤਾ ਗਿਆ ਹੈ ਉਹ 7.93 ਲੱਖ ਟੈਬਲੇਟਸ ਓਬਲੀਕ ਇੰਜੈਕਸ਼ਨਸ ਓਬਲੀਕ ਪਿਲਸ ਵਾਇਲਸ ਉਹਦੀ ਰਿਕਵਰੀ ਹੈ ਜਿਹੜੀ ਕਿ ਫਤਿਹਗੜ੍ਹ ਸਾਹਿਬ ਪੁਲਿਸ ਨੇ ਕੀਤੀ ਹੈ। 23 ਕਿਲੋ ਦੀ ਓਪੀਐਮ ਦੀ ਰਿਕਵਰੀ ਬਟਾਲਾ ਪੁਲਿਸ ਨੇ ਕੀਤੀ ਸੀਗੀ ਜਿਹੜੀ ਬਹੁਤ ਵੱਡੀ ਰਿਕਵਰੀ ਹੈ। ਔਰ ਜਿਹੜੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਕੀਤੀ ਉਹਦੇ ਵਿੱਚ ਪਹਿਲਾਂ ਉਹਨਾਂ ਨੇ 2 ਬੰਦੇ ਫੜੇ ਸੀਗੇ, ਉਹਨਾਂ ਤੋਂ ਫਿਰ ਬੈਕਵਰਡ ਲਿੰਕੇਜਿਸ ਜਿੱਦਾਂ ਆਪਾਂ ਲਾਸਟ ਟਾਈਮ ਕਿਹਾ ਸੀਗਾ ਕਿ ਹਰ ਕੇਸ ਦੇ ਵਿੱਚ ਬੈਕਵਰਡ ਲਿੰਕੇਜਿਸ ਦੇ ਉੱਤੇ ਸਟ੍ਰੈਸ ਦਿੱਤਾ ਜਾਂਦਾ ਹੈ। ਸੋ ਬੈਕਵਰਡ ਲਿੰਕੇਜ ਦੇ ਵਿੱਚ ਇੱਕ ਗੋਡਾਊਨ ਦੇ ਵਿੱਚ ਛਾਪਾ ਮਾਰ ਕੇ ਉੱਥੋਂ ਵੱਡੀ ਮਾਤਰਾ ਦੇ ਵਿੱਚ ਟੈਬਲੇਟਸ ਫੜੀਆਂ। ਇੱਕ ਹੋਰ ਜਿਹੜਾ ਟ੍ਰੈਂਡ ਪਿਛਲੇ ਹਫਤੇ ਨੌਲੇਜ 'ਚ ਆਇਆ ਸੀਗਾ ਕਿ 8 ਕਿਲੋ ਓਪੀਐਮ ਦੀ ਰਿਕਵਰੀ ਕੀਤੀ ਸੀ ਮੁਹਾਲੀ ਪੁਲਿਸ ਨੇ ਜਿਹੜੇ ਐਂਬੂਲੈਂਸ ਯੂਜ਼ ਕਰ ਰਹੇ ਸੀਗੇ। ਉਹਦੇ ਵਿੱਚ 3 ਬੰਦੇ ਅਰੈਸਟ ਹੋਏ ਜਿਹਦੇ ਵਿੱਚ ਇੱਕ ਮੁਹਾਲੀ ਏਰੀਆ ਦਾ ਰਹਿਣ ਵਾਲਾ ਹੈ ਔਰ 2 ਚੰਡੀਗੜ੍ਹ ਏਰੀਆ ਦੇ ਰਹਿਣ ਵਾਲੇ ਆ। ਸੋ ਉਹਨਾਂ ਨੇ ਫੇਕ ਪੇਸ਼ੈਂਟ ਬਣਾ ਕੇ ਫੇਕ ਇੱਕ ਐਂਬੂਲੈਂਸ ਬਣਾ ਕੇ ਉਹਦੇ ਥਰੂ ਸਮਗਲਿੰਗ ਕਰਦੇ ਪਏ ਸੀਗੇ। ਉਹਦੇ 'ਚ DIG ਰੋਪੜ ਰੇਂਜ ਨੇ ਵੀ ਡਿਟੇਲ 'ਚ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਔਰ ਸਿਹਤ ਵਿਭਾਗ ਦੇ ਨਾਲ ਵੀ ਟੇਕਅਪ ਕੀਤਾ ਜਾਏਗਾ ਕਿ ਈਵਨ ਇਹ ਤਾਂ ਫੇਕ ਸੀਗੀ ਪਰ ਕੋਈ ਕਿਤੇ ਇਸ ਦੀ ਏਵਜ ਦੇ ਵਿੱਚ ਹੋਰ ਕੋਈ ਬੰਦਾ ਇਸ ਤਰ੍ਹਾਂ ਦਾ ਕੰਮ ਨਾ ਕਰ ਰਿਹਾ ਹੋਵੇ। 11 ਲੱਖ ਔਰ 73,000 ਡਰੱਗ ਮਨੀ ਫੜੀ ਹੈ ਪਿਛਲੇ ਹਫਤੇ ਦੇ ਵਿੱਚ ਔਰ 31 ਜਿਹੜੇ PO ਓਬਲੀਕ ਅਬਸਕੌਂਡਰ ਜਿਹੜੇ NDPS ਐਕਟ ਦੇ ਕੇਸਿਸ ਦੇ ਸੀਗੇ ਉਹ ਫੜੇ ਆ। ਜਿਹੜੇ 40 ਆਪਾਂ ਵੱਡੇ ਸਮਗਲਰਸ ਦੀ ਗੱਲ ਕਰਦੇ ਹਾਂ, ਵੱਡੇ ਕਮਰਸ਼ੀਅਲ ਕੇਸਿਸ ਦੇ ਵਿੱਚ ਸਮਗਲਰਸ ਦੀ ਗੱਲ ਕਰਦੇ ਹਾਂ, ਉਹ 40 ਕੇਸਿਸ ਦੇ ਵਿੱਚ 63 ਸਮਗਲਰ ਫੜੇ ਆ ਜਿਹਦੇ 'ਚ ਸਭ ਤੋਂ ਵੱਧ ਫਿਰੋਜ਼ਪੁਰ ਪੁਲਿਸ ਨੇ, ਫਿਰ ਮੁਹਾਲੀ ਪੁਲਿਸ ਨੇ, ਮਾਨਸਾ ਪੁਲਿਸ ਔਰ ਪਟਿਆਲਾ ਪੁਲਿਸ। ਔਰ ਸਭ ਤੋਂ ਜ਼ਿਆਦਾ ਜਿਹੜੇ ਸਮਗਲਰ ਫੜੇ ਗਏ ਆ ਉਹ ਫਿਰੋਜ਼ਪੁਰ ਦੇ ਵਿੱਚ 14, ਖੰਨਾ ਦੇ ਵਿੱਚ 7 ਔਰ ਮੁਹਾਲੀ ਦੇ ਵਿੱਚ 6 ਜਿਹੜੇ 63 ਦੇ ਵਿੱਚ ਜਿਹੜੇ ਵੱਡੇ ਸਮਗਲਰਸ ਆ। ਸਭ ਤੋਂ ਵੱਧ ਜਿਹੜੇ ਕੇਸਿਸ ਦਰਜ ਪਿਛਲੇ ਹਫਤੇ ਦੇ ਵਿੱਚ ਹੋਏ ਆ ਉਹ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਹੋਏ ਆ ਜਿਹਦੇ ਵਿੱਚ ਮੈਕਸਿਮਮ ਕੇਸਿਸ ਜਿਹੜੇ ਆ ਉਹ ਮੀਡੀਅਮ ਕੁਆਂਟੀਟੀ ਦੇ ਕੇਸਿਸ ਆ। ਅਦਰਵਾਈਜ਼ ਮੀਡੀਅਮ ਕੁਆਂਟੀਟੀ ਦੇ ਸਭ ਤੋਂ ਵੱਧ ਅੰਮ੍ਰਿਤਸਰ ਕਮਿਸ਼ਨਰੇਟ ਤੋਂ ਇਲਾਵਾ ਲੁਧਿਆਣਾ ਕਮਿਸ਼ਨਰੇਟ 'ਚ 18, ਪਟਿਆਲਾ 'ਚ 15 ਔਰ ਫਿਰੋਜ਼ਪੁਰ 'ਚ 15 ਕੇਸਿਸ ਦਰਜ ਹੋਏ ਔਰ ਸਮਾਲ ਕੁਆਂਟੀਟੀ ਦੇ ਜਿਹੜੇ ਆ ਉਹ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 11, ਬਠਿੰਡਾ 'ਚ 8 ਔਰ ਲੁਧਿਆਣਾ ਰੂਰਲ ਦੇ ਵਿੱਚ 7। ਸੋ ਇਹ ਇੱਕ ਹੋਰ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਹੈ ਕਿ ਜ਼ਿਲ੍ਹੇ ਦੇ ਆਕਾਰ ਦੇ ਹਿਸਾਬ ਨਾਲ, ਜ਼ਿਲ੍ਹੇ ਦੀ ਰਿਕਵਰੀ ਦੇ ਹਿਸਾਬ ਨਾਲ, ਜ਼ਿਲ੍ਹੇ ਦੀ ਉਪਲਬਧੀ ਦੇ ਹਿਸਾਬ ਨਾਲ 3 ਸਭ ਤੋਂ ਵਧੀਆ ਜਿਹੜੇ ਹਾਈਲੀ ਪਰਫਾਰਮਿੰਗ ਜਿਹੜੇ ਜ਼ਿਲ੍ਹੇ ਆ ਉਹ ਕੱਢੇ ਜਾਣਗੇ ਕਿਉਂਕਿ ਹੁਣ ਮਹੀਨੇ ਦਾ ਜਿਹੜਾ ਪੂਰਾ ਲੇਖਾ ਜੋਖਾ ਕਰਾਂਗੇ ਔਰ ਜਿਹੜੇ ਟੌਪ 3 ਜ਼ਿਲ੍ਹੇ ਹੋਣਗੇ ਸਾਰੇ ਪੈਰਾਮੀਟਰ ਦੇਖਦੇ ਹੋਏ ਉਹਦੇ ਵਿੱਚ ਜ਼ਿਲ੍ਹੇ ਦੇ ਸਾਈਜ਼ ਨੂੰ ਦੇਖਿਆ ਜਾਏਗਾ, ਜ਼ਿਲ੍ਹੇ 'ਚ ਪੁਲਿਸ ਸਟੇਸ਼ਨ ਕਿੰਨੇ ਆ, ਜ਼ਿਲ੍ਹੇ ਦੀ ਪੋਪੂਲੇਸ਼ਨ ਕਿੰਨੀ ਆ, ਜ਼ਿਲ੍ਹਾ ਬਾਰਡਰ ਦੇ ਕਰੀਬ ਆ, ਬਾਰਡਰ ਤੋਂ ਦੂਰ ਆ, ਕਿਸ ਤਰ੍ਹਾਂ ਦਾ ਉੱਥੇ ਡੈਮੋਗ੍ਰਾਫਿਕ ਪ੍ਰੋਫਾਈਲ ਆ, ਉਹ ਸਾਰਾ ਦੇਖਦੇ ਹੋਏ ਤਾਂ ਜੋ ਕਿਸੇ ਦੇ ਨਾਲ ਕਿਉਂਕਿ ਇੱਕ ਮੋਡਰੇਟ ਆਪਾਂ ਜਿੱਦਾਂ ਮੋਡਰੇਟਰ ਕਹਿੰਦੇ ਆ ਕਿ ਵੀ ਹਰ ਕੇਸ ਦੇ ਵਿੱਚ ਛੋਟਾ ਜ਼ਿਲ੍ਹਾ ਵੱਡਾ ਜ਼ਿਲ੍ਹਾ ਦੇ ਵਿੱਚ ਵੀ ਜਦੋਂ ਆਪਾਂ ਕੋਈ ਕੰਪੈਰੀਜ਼ਨ ਕਰਦੇ ਹਾਂ ਤਾਂ ਕੁਛ ਮਾਪਦੰਡ ਲੈਂਦੇ ਹਾਂ ਆਪਾਂ। ਸੋ ਡਰੱਗਸ ਦੇ ਉੱਤੇ ਜਿਹੜੇ ਸਭ ਤੋਂ ਵਧੀਆ ਪਰਫਾਰਮ ਕਰਨਗੇ 3 ਜ਼ਿਲ੍ਹੇ ਡਰੱਗ ਇਨਫੋਰਸਮੈਂਟ ਦੇ ਉੱਤੇ ਉਹ ਕੱਢੇ ਜਾਣਗੇ ਔਰ ਹਰ ਮਹੀਨੇਵਾਰ ਫਿਰ ਉਸ ਤੋਂ ਬਾਅਦ ਇਹ ਕੱਢੇ ਜਾਣਗੇ। ਇਸ ਵਾਰੀ ਜਿਹੜੇ ਵੀ ਅਸੀਂ ਹੁਣ ਕਿਉਂਕਿ ਸਾਡੇ ਕੋਲ ਅਜੇ ਡਾਟਾ ਇਕੱਠਾ ਹੋ ਰਿਹਾ ਵਾ ਕਾਫੀ ਸਾਰਾ ਔਰ ਜਿਹੜੇ ਮਾਪਦੰਡ ਅਸੀਂ ਉਹਦੇ 'ਚ ਲਾਉਣੇ ਆ ਲਾ ਕੇ ਜਲਦੀ ਹੀ ਮਾਨਯੋਗ CM ਸਾਹਿਬ ਅਨਾਉਂਸ ਕਰਨਗੇ ਔਰ ਉਹਨਾਂ 3 ਜ਼ਿਲ੍ਹਿਆਂ ਨੂੰ ਰਿਵਾਰਡ ਵੀ ਕਰਨਗੇ ਜਿਹੜੇ ਸਭ ਤੋਂ ਵਧੀਆ ਪਰਫਾਰਮ ਕਰਨਗੇ ਇਸ ਫਰੰਟ ਦੇ ਉੱਤੇ।
ਹੈਲਥ ਡਿਪਾਰਟਮੈਂਟ ਨੂੰ ਵੀ ਲਿਖਦੇ ਹੋ, ਕਿਉਂਕਿ ਪਹਿਲੀ ਵਾਰੀ ਨਹੀਂ ਇਸ ਤੋਂ ਪਹਿਲਾਂ ਵੀ ਐਂਬੂਲੈਂਸ ਕਿਉਂਕਿ ਐਂਬੂਲੈਂਸ ਇਸ ਤਰ੍ਹਾਂ ਦੀ ਹੈ ਕਿ ਅਸੀਂ ਮੇਰੀ ਕੋਈ ਵੀ ਨਹੀਂ ਰੋਕਦਾ ਹੈ, ਤਾਂ ਬੜਾ ਸੇਫਲੀ ਤਰੀਕੇ ਨਾਲ ਇਹ ਸਾਰੀ ਜਿਹੜੀ ਸਪਲਾਈ ਹੋ ਰਹੀ ਯੂਪੀ ਤੋਂ ਸਪਲਾਈ ਹੋਈ ਸੀ, ਕਰੀਬ 20 ਚੱਕਰ ਉਹ ਪਹਿਲਾਂ ਵੀ ਲਾ ਚੁੱਕੇ ਪੰਜਾਬ ਦੇ ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਦੇ ਸਪਲਾਈ, ਤੇ ਇਹਨਾਂ ਨੂੰ ਰੋਕਣ ਵਾਸਤੇ ਪੁਲਿਸ ਨੂੰ ਕੀ ਕਰ ਤੇ ਇਹਦੇ ਵਿੱਚ ਦੇਖੋ ਜਿਹੜਾ ਇਸ਼ੂ ਹੈ ਇਹਦੇ ਤੇ ਜ਼ਿਆਦਾ ਇੰਟੈਲੀਜੈਂਸ ਬੇਸਡ ਯੂ ਕੈਨ ਸੇ ਸਰਵੇਲੈਂਸ ਬੇਸਡ ਜ਼ਿਆਦਾ ਹੋਏਗਾ। ਸਿਮਿਲਰਲੀ ਹੈਲਥ ਡਿਪਾਰਟਮੈਂਟ ਦੇ ਨਾਲ ਵੀ ਰਾਬਤਾ ਕਰਕੇ, ਕਿਉਂਕਿ ਜਦੋਂ ਐਂਬੂਲੈਂਸ ਜਦੋਂ ਚੱਲ ਰਹੀ ਹੁੰਦੀ ਉਹਨੂੰ ਰੋਕਣਾ ਬਹੁਤ ਔਖਾ ਹੁੰਦਾ ਅੰਟਿਲ ਅਨਲੈਸ ਆਪਣੇ ਕੋਲ ਕੋਈ ਸਪੈਸੀਫਿਕ ਇਨਫੋਰਮੇਸ਼ਨ ਹੋਵੇ। ਬਟ ਇਹ ਜਿਹੜਾ ਸੀਗਾ ਇਹਦੇ 'ਚ ਇੱਕ ਇੰਟੈਲੀਜੈਂਸ ਬੇਸਡ ਆਈ ਮੀਨ ਟੂ ਸੇ ਕਿ ਉਹਨਾਂ ਦਾ ਸੋਰਸਿਸ 'ਤੇ ਬੇਸਡ ਆਪਰੇਸ਼ਨ ਸੀਗਾ, ਜਿਹਦੇ 'ਚ ਉਹਨਾਂ ਦੇ ਕੋਲ ਕੁਝ ਖੁਫੀਆ ਜਾਣਕਾਰੀ ਕਈ ਵਾਰੀ ਆ ਜਾਂਦੀ ਹੈ। ਸੋ ਮਹਿਕਮਿਆਂ ਦੇ ਨਾਲ ਰਾਬਤਾ ਕਰਕੇ ਜਿਹੜੇ ਖਾਸ ਕਰਕੇ ਹੈਲਥ ਡਿਪਾਰਟਮੈਂਟ ਦੇ ਨਾਲ ਕਿ ਮੇਨ ਸਰਵੇਲੈਂਸ ਇਸ 'ਤੇ ਕੀਤਾ ਜਾਏਗਾ ਕਿ ਕੋਈ ਫੇਕ ਐਂਬੂਲੈਂਸਿਸ ਤਾਂ ਨਹੀਂ ਚੱਲ ਰਹੀਆਂ, ਕਿਉਂਕਿ ਜਦੋਂ ਕੋਈ ਇਹੋ ਜਿਹਾ ਕੰਮ ਕਰੇਗਾ 99.9% ਚਾਂਸ ਆ ਕਿ ਉਹ ਫੇਕ ਕਰਕੇ ਹੀ ਕਰੇਗਾ। ਸਹੀ ਐਂਬੂਲੈਂਸ ਸਹੀ ਪੇਸ਼ੈਂਟ ਨੂੰ ਲਿਜਾਂਦੀ ਹੋਈ ਬਹੁਤ ਘੱਟ ਚਾਂਸ ਆ। ਸੋ ਜ਼ਿਆਦਾ ਸਰਵੇ ਜਿਹੜਾ ਕੀਤਾ ਜਾਏਗਾ ਉਹ ਫੇਕ ਐਂਬੂਲੈਂਸਿਸ ਦੇ ਉੱਤੇ ਕੀਤਾ ਜਾਏਗਾ। ਸਰ ਜਿੱਦਾਂ ਫਤਿਹਗੜ੍ਹ ਸਾਹਿਬ ਪੁਲਿਸ ਨੇ ਵੀ ਜਿਹੜੀ ਨਸ਼ੇ ਦੀ ਟੈਬਲੇਟ ਉਹ ਵੀ ਯੂਪੀ ਦੇ ਸਾਰਨਪੁਰ ਆਸ਼ੀਸ਼ ਨਾਂ ਦਾ ਜਿਹੜਾ ਪਰਸਨ ਹੈ, ਤੇ ਇਹ ਵੀ ਜਿਹੜੀ ਓਪੀਅਮ ਜਿਹੜੀ ਗੱਲ ਫੜੀ ਗਈ ਐਕਟਿਵ ਇਹ ਵੀ ਯੂਪੀ ਤੋਂ ਹੀ ਕਹਿ ਰਹੇ ਸੀ। ਹੁਣ ਯੂਪੀ ਦਾ ਕਨੈਕਸ਼ਨ ਜ਼ਿਆਦਾ ਆ ਰਿਹਾ ਕਿ ਪੰਜਾਬ 'ਚ ਜਿਹੜੀ ਸਪਲਾਈ ਹੋ ਰਹੀ ਹੈ ਉਹ ਮੋਸਟਲੀ ਯੂਪੀ ਬਰੇਲੀ ਜਾਂ ਫਿਰ ਸਾਰਨਪੁਰ, ਮੁਜ਼ੱਫਰਨਗਰ ਟਾਈਪ ਜਿਹੜੇ ਹੈਗੇ ਉੱਥੋਂ ਹੋ ਰਹੀ, ਤਾਂ ਕੋਈ ਕਨੈਕਸ਼ਨ ਸਾਹਮਣੇ ਆਇਆ ਕਿ ਮੋਸਟਲੀ ਉੱਥੋਂ ਹੀ ਸਾਰੀ ਸਮਗਲਿੰਗ? ਨਹੀਂ, ਇਹ ਜਿਹੜਾ ਫਤਿਹਗੜ੍ਹ ਪੁਲਿਸ ਨੇ ਕੀਤਾ ਉਹ 'ਚ ਆਸ਼ੀਸ਼ ਨਾਮ ਦਾ ਇੱਕ ਬੰਦਾ ਫੜਿਆ ਹੈ ਜਿਹਦਾ ਗੋਡਾਊਨ ਸੀਗਾ, ਔਰ ਜੋ ਉਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਉਹ ਕਾਫੀ ਸਾਲਾਂ ਤੋਂ ਇਹ ਕੰਮ ਕਰਦਾ ਪਿਆ ਸੀਗਾ। ਸੋ ਕਈ ਜ਼ਿਲ੍ਹਿਆਂ ਦੇ ਵਿੱਚ ਉਹ ਸਪਲਾਈ ਵੀ ਕਰ ਰਿਹਾ ਸੀਗਾ, ਔਰ ਮੋਸਟਲੀ ਟੈਬਲੇਟਸ ਇਹਦੇ ਵਿੱਚ ਜਿਹੜੀ ਮੈਕਸਿਮਮ ਕੁਆਂਟੀਟੀ ਉਹ ਲੋਮੋਟਿਲ ਟੈਬਲੇਟਸ ਦੀ ਆ। ਲੋਮੋਟਿਲ ਵੀ ਆ, ਏਵਲ ਵੀ ਆ, ਪ੍ਰੋਕਸੀਵਨ ਵੀ ਆ, ਬਟ ਮੈਕਸਿਮਮ ਲੋਮੋਟਿਲ ਦੀ ਆ। ਸੋ ਜਿਹੜੀ ਫਾਰਮਾਸਿਊਟੀਕਲ ਡਰੱਗਸ ਜਿਹਨੂੰ ਆਪਾਂ ਕਹਿ ਦਿੰਦੇ ਆ, ਓਪੀਓਇਡ ਬੇਸਡ ਡਰੱਗਸ ਜਿਹੜੀਆਂ ਨੇ ਉਹਦੀ ਜ਼ਿਆਦਾ ਸਮਗਲਿੰਗ ਕਰਦਾ ਸੀਗਾ। ਇਹਦਾ ਕਨੈਕਸ਼ਨ ਅੱਗੇ ਹਿਮਾਚਲ 'ਚ ਵੀ ਆ ਚੁੱਕਾ ਕਈ ਵਾਰੀ, ਪੁਰਾਣੇ ਟਾਈਮ 'ਤੇ ਕਈ ਕੇਸਿਸ ਫੜੇ ਗਏ ਜਿਹਦੇ 'ਚ ਹਿਮਾਚਲ 'ਚ ਵੀ ਆਇਆ, ਬਟ ਇਹ ਜਿਹੜਾ ਰੀਸੈਂਟ ਸੀਗਾ ਆਹ ਵਾਲਾ ਲੇਟੈਸਟ ਕੇਸ ਆ ਇਹਦਾ ਯੂਪੀ ਦੇ ਵਿੱਚ ਆਇਆ। ਸੋ ਹਰ ਕੇਸ ਦਾ ਬੇਸਿਕ ਇਹੀ ਪੱਖ ਆ ਕਿ ਹਰ ਕੇਸ ਦਾ ਬੈਕਵਰਡ ਲਿੰਕੇਜ ਜ਼ਰੂਰ ਦੇਖਿਆ ਜਾਵੇ, ਕਿਉਂਕਿ ਜਦੋਂ ਆਪਾਂ ਬੈਕਵਰਡ ਲਿੰਕੇਜ ਦੇਖਦੇ ਹਾਂ ਉਦੋਂ ਹੀ ਆਪਾਂ ਨੂੰ ਧੁਰੇ ਤੱਕ ਲੈ ਕੇ ਜਾਂਦੇ ਆ। ਔਰ ਇਹ ਵਾਲਾ ਤਾਂ ਬਿਲਕੁਲ ਬਹੁਤ ਬਲਕਿ ਅੱਛੀ ਇਨਵੈਸਟੀਗੇਸ਼ਨ ਆ, ਬਿਲਕੁਲ ਐਕਸਟ੍ਰੀਮ ਐਂਡ 'ਤੇ ਲਿਜਾ ਕੇ ਜਿਨ੍ਹਾਂ ਨੇ ਗੋਡਾਊਨ ਫੜਿਆ, ਗੋਡਾਊਨ ਤੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਟੈਬਲੇਟਸ ਮਿਲੀਆਂ, ਕੈਪਸੂਲਸ ਮਿਲੇ, ਪਿਲਸ ਮਿਲੀਆਂ, ਪਲੱਸ ਵਾਇਲਸ ਵੀ ਮਿਲੀਆਂ। ਸੋ ਹਰ ਕੇਸ ਦੀ ਤਹਿ ਤੱਕ ਜਿਹੜਾ ਜਾਣ ਦਾ ਮਕਸਦ ਆ। ਕਈ ਕੇਸਿਸ ਦੇ ਵਿੱਚ ਦਿੱਲੀ ਦਾ ਕਨੈਕਸ਼ਨ ਵੀ ਆਇਆ, ਕਈ ਕੇਸਿਸ ਦੇ ਵਿੱਚ ਦੂਸਰੀਆਂ ਸਟੇਟਸ ਦਾ ਵੀ ਆਇਆ। ਸੋ ਮੇਨ ਹੈਗਾ ਕਿ ਬੈਕਵਰਡ ਲਿੰਕੇਜ ਤੱਕ ਪਹੁੰਚਿਆ ਜਾਵੇ ਪੂਰੀ ਤਰ੍ਹਾਂ। ਕਿਸੇ ਵੀ ਇੱਕ ਜਗ੍ਹਾ ਨਾਲ ਕਨੈਕਸ਼ਨ ਨਹੀਂ ਹੁੰਦਾ, ਕਿਸੇ ਕੇਸ ਦਾ ਕਿਸੇ ਪਰਟੀਕੂਲਰ ਜਗ੍ਹਾ ਨਾਲ ਹੁੰਦਾ, ਕਿਸੇ ਦਾ ਕਿਸੇ ਨਾਲ ਹੁੰਦਾ। ਪਰ ਜਦੋਂ ਆਪਾਂ ਪੂਰਾ ਬੈਕਵਰਡ ਤੱਕ ਜਾਵਾਂਗੇ ਤਾਂ 100% ਆਪਾਂ ਬਿਲਕੁਲ ਗਰਾਊਂਡ ਲੈਵਲ 'ਤੇ ਜਾ ਕੇ ਫੜ ਸਕਦੇ ਹਾਂ ਉਸ ਚੀਜ਼ ਨੂੰ। ਹਰ ਡਰੱਗ ਦੀ ਅਲੱਗ-ਅਲੱਗ ਹੁੰਦੀ ਆ। ਜਿਵੇਂ ਤੁਸੀਂ ਫੋਰ ਐਗਜ਼ਾਮਪਲ ਜੇ ਆਪਾਂ ਹੈਰੋਇਨ ਦੀ ਗੱਲ ਕਰੀਏ ਤਾਂ 250 ਗ੍ਰਾਮ ਤੋਂ ਉੱਪਰ ਜਿਹੜੀ ਆ ਉਹ ਕਮਰਸ਼ੀਅਲ ਕੁਆਂਟੀਟੀ 'ਚ ਆਉਂਦੀ ਹੈ, ਔਰ 5 ਗ੍ਰਾਮ ਤੋਂ ਲੈ ਕੇ 250 ਤੱਕ ਮੀਡੀਅਮ 'ਚ ਆਉਂਦੀ, 5 ਗ੍ਰਾਮ ਤੋਂ ਥੱਲੇ ਜਿਹੜੀ ਆ ਉਹ ਸਮਾਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ। ਸਿਮਿਲਰਲੀ ਜਦੋਂ ਆਪਾਂ ਫੀਮ ਦੀ ਗੱਲ ਕਰਦੇ, ਓਪੀਐਮ ਦੀ ਗੱਲ ਕਰਦੇ, 2.5 ਕਿਲੋ ਤੋਂ ਉੱਪਰ ਕਮਰਸ਼ੀਅਲ ਜਾਂਦੀ ਆ। ਪੋਪੀ ਹਸਕ 50 ਕਿਲੋ ਤੋਂ ਉੱਪਰ ਆਉਂਦੀ। ਸੋ ਹਰ ਡਰੱਗ ਡਿਫਾਈਨਡ ਆ NDPS ਐਕਟ ਦੇ ਵਿੱਚ ਕਿ ਕਮਰਸ਼ੀਅਲ ਕੁਆਂਟੀਟੀ ਕੀ ਆ, ਮੀਡੀਅਮ ਕੀ ਆ, ਸਮਾਲ ਕੀ ਆ, ਔਰ ਇਹਦੇ ਵਿੱਚ ਪਨਿਸ਼ਮੈਂਟ ਵੀ ਡਿਫਾਈਨਡ ਹੁੰਦੀ ਹੈ। ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਮੈਕਸਿਮਮ ਪਨਿਸ਼ਮੈਂਟ ਹੁੰਦੀ ਹੈ, ਮਿਨੀਮਮ 10 ਇਅਰਸ ਦੀ, 10 ਇਅਰਸ ਤੋਂ ਲੈ ਕੇ ਲਾਈਫ ਇੰਪ੍ਰਿਜ਼ਨਮੈਂਟ ਤੱਕ ਦੀ ਹੋ ਸਕਦੀ ਹੈ, ਔਰ ਜੇ ਕੋਈ ਪਹਿਲਾਂ ਤੋਂ ਕਨਵਿਕਟਡ ਹੋਵੇ ਕਿਸੇ ਕਮਰਸ਼ੀਅਲ ਕੁਆਂਟੀਟੀ 'ਚ ਈਵਨ ਡੈਥ ਤੱਕ ਦੀ ਪ੍ਰੋਵੀਜ਼ਨ ਹੈਗੀ ਹੈ। ਸੋ ਕਮਰਸ਼ੀਅਲ ਕੁਆਂਟੀਟੀ ਦੀ ਮੈਕਸਿਮਮ ਪਨਿਸ਼ਮੈਂਟ ਆ। ਸੋ ਪਨਿਸ਼ਮੈਂਟ ਫਿਰ ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਬੇਲ ਪ੍ਰੋਵੀਜ਼ਨਸ ਆ ਬੜੇ ਸਟ੍ਰਿੰਜੈਂਟ ਆ। ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਬੇਲ ਨਹੀਂ ਹੁੰਦੀ, ਉਹਦੇ ਵਿੱਚ ਪ੍ਰੋਸੀਕਿਊਸ਼ਨ ਨੂੰ ਬਿਨਾਂ ਮੌਕਾ ਦਿੱਤੇ ਹੋਏ ਐਂਡ ਜਦੋਂ ਤੱਕ ਮਾਨਯੋਗ ਜੱਜ ਸਾਹਿਬ ਨੂੰ ਇਹ ਯਕੀਨ ਨਾ ਹੋਵੇ ਕਿ ਬੰਦਾ ਦੁਬਾਰਾ ਤੋਂ ਇਨਵੋਲਵ ਨਹੀਂ ਹੋਏਗਾ ਤਦ ਤੱਕ ਉਹਦੀ ਬੇਲ ਨਹੀਂ ਹੁੰਦੀ। ਸੋ ਕਮਰਸ਼ੀਅਲ ਕੁਆਂਟੀਟੀ ਦੇ ਉੱਤੇ ਸਭ ਤੋਂ ਵੱਧ ਫੋਕਸ ਕੀਤਾ ਜਾਂਦਾ ਹੈ, ਔਰ ਮੋਸਟਲੀ ਜਿਹੜੇ ਵੱਡੇ ਸਮਗਲਰਸ ਆ ਉਹ ਕਮਰਸ਼ੀਅਲ ਕੁਆਂਟੀਟੀ ਦੀ ਸਮਗਲਿੰਗ ਦੇ ਵਿੱਚ ਹੀ ਇਨਵੋਲਵ ਹੁੰਦੇ ਆ। ਸਿਮਿਲਰਲੀ ਜੇ ਕਿਸੇ ਕੋ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੁੰਦੀ ਹੈ, ਪ੍ਰੋਪਰਟੀ ਫੋਰਫੀਚਰ ਦਾ ਵੀ ਪ੍ਰੋਵੀਜ਼ਨ ਹੁੰਦਾ ਹੈ। ਈਵਨ ਕਨਵਿਕਸ਼ਨ ਤੋਂ ਪਹਿਲਾਂ ਹੀ ਡਿਊਰਿੰਗ ਦੀ ਇਨਵੈਸਟੀਗੇਸ਼ਨ ਹੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਏਗੀ ਤਾਂ ਆਪਾਂ ਉਹਦੀ ਪ੍ਰੋਪਰਟੀ ਵੀ ਫੋਰਫੀਟ ਕਰ ਸਕਦੇ ਹਾਂ। ਸੋ ਇਹ ਜਿਹੜੀ ਕੁਆਂਟੀਟੀਜ਼ ਆ ਇਹ ਲਾਅ ਦੇ ਵਿੱਚ ਡਿਫਾਈਨਡ ਆ, ਔਰ ਸਭ ਤੋਂ ਵੱਧ ਸਟ੍ਰਿੰਜੈਂਟ ਜਿਹੜੀਆਂ ਪਨਿਸ਼ਮੈਂਟਸ ਆ, ਸਟ੍ਰਿੰਜੈਂਟ ਜਿਹੜੇ ਲਾਅ ਦੇ ਜਿਹੜੇ ਪ੍ਰੋਵੀਜ਼ਨ ਨੇ ਉਹ ਕਮਰਸ਼ੀਅਲ ਕੁਆਂਟੀਟੀ ਨੂੰ ਲੈ ਕੇ। ਸਰ ਇਹ ਜੀ ਕੋਈ
ਨਹੀਂ ਪ੍ਰੋਪਰਟੀ ਫੋਰਫੀਚਰ ਜਿਹੜਾ ਨਾ ਇਹ ਕੰਟੀਨਿਊਸ ਪ੍ਰੋਸੈਸ ਆ। ਜਦੋਂ ਵੀ ਕੋਈ ਵੀ ਕੇਸ ਕਮਰਸ਼ੀਅਲ ਕੁਆਂਟੀਟੀ ਦਾ ਫੜਿਆ ਜਾਂਦਾ ਹਮੇਸ਼ਾ ਆਪਾਂ ਦੇਖਦੇ ਹਾਂ ਕਿ ਉਹਦੀ ਕੋਈ ਪ੍ਰਾਪਰਟੀ ਹੈਗੀ ਆ, ਉਹਦੇ ਵਿੱਚ ਲਾਅ ਦੇ ਵਿੱਚ ਡਿਫਾਈਨਡ ਆ, ਪਿਛਲੇ 6 ਸਾਲਾਂ ਦੇ ਵਿੱਚ ਬਣੀ ਹੋਣੀ ਚਾਹੀਦੀ ਆ ਔਰ ਹਾਈ ਸਸਪੀਸ਼ਨ ਹੋਣਾ ਚਾਹੀਦਾ ਕਿ ਡਰੱਗ ਮਨੀ ਤੋਂ ਬਣੀ ਹੈ। ਸੋ ਉਹਦੇ ਵਿੱਚ ਕੰਪੀਟੈਂਟ ਅਥਾਰਟੀ ਦੇ ਕੋਲੇ ਕੇਸ ਜਾਂਦਾ ਵਾ, ਪਹਿਲਾਂ ਐਸਐਚਓ ਵੱਲੋਂ ਹੁੰਦਾ ਵਾ, ਐਸਐਚਓ ਇੱਕ ਪ੍ਰੋਵੀਜ਼ਨਲ ਆਰਡਰ ਪਾਸ ਕਰਦਾ ਹੈ, ਫਿਰ ਉਹ ਕੰਪੀਟੈਂਟ ਅਥਾਰਟੀ ਕੋ ਜਾ ਕੇ ਉਹ ਆਰਡਰ ਜਿਹੜਾ ਕਨਫਰਮ ਕੀਤਾ ਜਾਂਦਾ ਵਾ। ਸੋ ਉਹ ਆਲਰੇਡੀ ਪਾਈਪਲਾਈਨ ਦੇ ਵਿੱਚ ਆ। ਜਿੰਨੇ ਵੀ ਕੇਸਿਸ ਈਵਨ ਜਿਹੜੇ 63 ਕੇਸਿਸ ਆ, ਇਹਨਾਂ ਦੀਆਂ ਵੀ ਕੰਸਰਨਡ ਐਸਐਸਪੀਜ਼ ਨੂੰ ਸੀਪੀਜ਼ ਨੂੰ ਕਿਹਾ ਗਿਆ ਕਿ ਇਹਨਾਂ ਦੀਆਂ ਪ੍ਰਾਪਰਟੀਜ਼ ਆਇਡੈਂਟੀਫਾਈ ਕਰੋ ਔਰ ਨਾਲ ਦੀ ਨਾਲ ਹੀ ਇਹਦਾ ਪ੍ਰੋਸੈਸ ਇਨੀਸ਼ੀਏਟ ਕਰਦੇ ਹੋਏ ਦਾ। ਸੋ ਉਹ ਹਰ ਜਦੋਂ ਹੁਣ ਆਪਾਂ ਇਹ ਤੀਸਰਾ ਹਫਤਾ ਹੈ ਆਪਣਾ, ਥਰਡ ਆਪਣੀ ਪ੍ਰੈਸ ਕਾਨਫਰੰਸ ਆ। ਪਿਛਲੀ ਵਾਰੀ 87 ਇਹੋ ਜਿਹੇ ਬੰਦੇ ਸੀਗੇ, ਇੱਕ ਵਾਰੀ 60 ਸੀਗੇ, 63 ਸੀਗੇ। ਸੋ ਸਾਰਿਆਂ ਦਾ ਅਸੀਂ ਹੁਣ ਮਹੀਨੇ ਬਾਅਦ ਇੱਕ ਵਾਰੀ ਲੇਖਾ ਜੋਖਾ ਲਵਾਂਗੇ ਕਿ ਇਹਨਾਂ ਦੀਆਂ ਪ੍ਰਾਪਰਟੀਜ਼ ਦੇ ਉੱਤੇ ਕੀ ਕਾਰਵਾਈ ਕੀਤੀ ਗਈ ਹੈ। ਸੋ ਉਹ ਆਨਗੋਇੰਗ ਪ੍ਰੋਸੈਸ ਹੈ ਜੀ। ਜਿਹੜੇ ਇੰਟਰਨੈਸ਼ਨਲ ਡਰੱਗ ਸਮਗਲਰ ਹੈਗੇ ਨੇ, ਕੀ ਜਿਸ ਤਰ੍ਹਾਂ ਪੰਜਾਬ ਤੋਂ ਸਪਲਾਈ ਹੋ ਰਹੀ ਸੀਗੀ ਡਰੱਗ ਤੇ ਆਪਣੇ ਪਾਕਿਸਤਾਨ ਤੋਂ, ਕੀ ਉਹਨਾਂ ਨੇ ਆਪਣਾ ਰੂਟ ਚੇਂਜ ਕਰਕੇ ਸੀ ਦੇ ਥਰੂ ਪੰਜਾਬ ਨੂੰ ਟਾਰਗੇਟ ਕਰ ਰਹੇ ਨੇ ਜਾਂ ਇੰਟਰਨੈਸ਼ਨਲ ਮਾਰਕੀਟ ਦਾ ਰੂਟ ਬਦਲਦਾ ਉਹਨਾਂ? ਨਹੀਂ ਦੇਖੋ, ਜਿਹੜੇ 2 ਕੰਸਾਈਨਮੈਂਟਸ ਪਿੱਛੇ ਫੜੀਆਂ ਸੀਗੀਆਂ ਗੁਜਰਾਤ ਦੇ ਵਿੱਚ ਔਰ ਮਹਾਰਾਸ਼ਟਰ ਦੇ ਵਿੱਚ, ਉੱਥੋਂ ਇੰਡੀਕੇਸ਼ਨ ਹੈਗੀ ਆ ਕਿ ਸੀ ਰੂਟ ਵੀ ਯੂਜ਼ ਕੀਤਾ ਜਾ ਰਿਹਾ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਦੂਸਰੇ ਰੂਟਸ ਬੰਦ ਹੋ ਗਿਆ, ਬਟ ਕਾਫੀ ਹੈਵੀ ਕੁਆਂਟੀਟੀ ਦੇ ਵਿੱਚ ਜਦੋਂ ਕਿਸੇ ਬਿਜ਼ਨਸ ਦੀ ਐਵਜ ਦੇ ਵਿੱਚ ਕਰਨਾ ਹੁੰਦਾ ਹੈ ਤਾਂ ਮੋਸਟਲੀ ਸੀ ਰੂਟ ਯੂਜ਼ ਹੁੰਦਾ ਹੈ। ਜਿੱਦਾਂ ਇੱਕ ਵਾਰੀ ਪਹਿਲਾਂ ਜਦੋਂ ਅਟਾਰੀ ਬਾਰਡਰ ਖੁੱਲ੍ਹਾ ਸੀਗਾ ਤਾਂ ਇੱਕ ਵਾਰੀ ਹੈਵੀ ਕੰਸਾਈਨਮੈਂਟ ਫੜੀ ਗਈ ਸੀਗੀ 525 ਕਿਲੋ ਦੇ ਆਸ-ਪਾਸ, ਜਿਹੜੀ ਕਿ ਉਹ ਵੀ ਬਿਜ਼ਨਸ ਦੀ ਐਵਜ ਦੇ ਵਿੱਚ ਆ ਰਹੀ ਸੀਗੀ। ਸੋ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ। ਪਿਛਲੇ 2 ਕੰਸਾਈਨਮੈਂਟ ਜਿਹੜੀਆਂ ਪੰਜਾਬ ਪੁਲਿਸ ਦੇ ਬੜੇ ਪ੍ਰੋਐਕਟਿਵ ਅਪਰੋਚ ਦੇ ਨਾਲ ਮਹਾਰਾਸ਼ਟਰ ਔਰ ਗੁਜਰਾਤ ਪੁਲਿਸ ਨੇ ਫੜੀਆਂ ਸੀਗੀਆਂ। ਸੋ ਇਹਦੇ ਤੇ ਵੀ ਸਰਵੇਲੈਂਸ, ਇਹਦੇ ਤੇ ਵੀ ਸਾਡਾ ਜਿਹੜਾ ਵਾ ਫੋਕਸ ਹੈਗਾ ਇਸ ਚੀਜ਼ ਦੇ ਉੱਤੇ ਪੂਰਾ। ਪਿੱਛੇ ਜੇ ਸੀਗਾ ਜਿਹੜੇ ਗੈਂਗਸਟਰ ਆ ਉਹ ਸਮਗਲਰ ਵੀ ਕਰਦੇ ਸੀ, ਜਿਹੜੇ ਹੁਣ ਤੁਸੀਂ ਆ ਫੜੇ ਨੇ ਜਿਹੜੇ ਡਰੱਗ ਤਸਕਰ ਹੈ, ਇਹਨਾਂ ਦਾ ਕੋਈ ਉਹਨਾਂ ਦਾ ਗੈਂਗਸਟਰ ਨਾਲ ਸਾਹਮਣੇ ਆਇਆ ਕਨੈਕਸ਼ਨ? ਨਹੀਂ, ਅਜੇ ਐਜ਼ ਸੱਚ ਕੋਈ ਸਪੈਸੀਫਿਕ ਕੇਸ ਨਹੀਂ ਹੈਗਾ, ਬਟ ਦੋਵੇਂ ਚੀਜ਼ਾਂ ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਦੋਵੇਂ ਚੀਜ਼ਾਂ ਰਿਲੇਟਡ ਹੁੰਦੀਆਂ, ਕਈ ਵਾਰੀ ਹਰ ਕੇਸ 'ਚ ਨਹੀਂ ਹੁੰਦੀਆਂ, ਕਦੇ ਇਹੋ ਜਿਹਾ ਲਿੰਕ ਮਿਲਦਾ ਹੈ। ਸੋ ਉਹ ਚੀਜ਼ ਨੂੰ ਅਸੀਂ ਐਕਸਪਲੋਰ ਜ਼ਰੂਰ ਕਰਦੇ ਹਾਂ। ਜਿਹੜਾ ਵੀ ਕੋਈ ਸਮਗਲਿੰਗ ਦੇ ਕੇਸ ਦੇ ਵਿੱਚ ਫੜਦੇ ਹਾਂ, ਇਹ ਜ਼ਰੂਰ ਐਕਸਪਲੋਰ ਕਰਦੇ ਹਾਂ ਕਿ ਉਹਦੇ 'ਤੇ ਪੁਰਾਣੇ ਕੇਸਿਸ ਕਿੰਨੇ ਸੀਗੇ, ਕੇਸ ਟਾਈਪ ਸੀਗੇ, ਕਿਸੇ ਆਰਗੇਨਾਈਜ਼ਡ ਕਿਸੇ ਗੈਂਗ ਨਾਲ ਉਹਦਾ ਕੋਈ ਲਿੰਕ ਤਾਂ ਨਹੀਂ ਹੈਗਾ। ਸੋ ਐਸਾ ਅਜੇ ਸਪੈਸੀਫਿਕ ਇਸ ਹਫਤੇ ਵਾਲੇ ਕੇਸਿਸ 'ਚੋਂ ਆਇਆ ਨਹੀਂ ਹੈ। ਸੋ ਜਦੋਂ ਵੀ ਆਏਗਾ ਜ਼ਰੂਰ ਉਸੇ ਵੇਲੇ ਦੱਸਿਆ ਜਾਏਗਾ ਤੁਹਾਨੂੰ। ਠੀਕ ਹੈ ਜੀ। ਉਹ ਪ੍ਰੋਸੈਸ ਚੱਲ ਰਿਹਾ ਅਜੇ, ਉਹਦੇ ਬਾਰੇ 'ਚ ਮੈਂ ਡਿਟੇਲ ਇਸ ਸਟੇਜ 'ਤੇ ਅਜੇ ਨਹੀਂ ਦੱਸ ਪਾਵਾਂਗਾ। ਤੁਸੀਂ ਕੋਈ ਕੁਐਰੀ ਹੈਗੀ ਤਾਂ ਆਪਾਂ ਕਰ ਸਕਦੇ ਹਾਂ ਲੇਟਰ ਸਟੇਜ ਦੇ ਉੱਤੇ। ਵੈਸੇ ਕੈਨੇਡਾ 'ਚ ਗੈਂਗ ਵਾਰ ਹੋਈ ਹੈ, ਪੰਜਾਬੀ ਜਿਹੜੇ ਮੁੰਡੇ ਆ ਉੱਥੇ ਗੈਂਗਸਟਰ ਸੀਗੇ, ਉਹ ਆਪਸ ਵਿੱਚ ਇੱਕ ਦੀ ਮੌਤ ਵੀ ਹੋਈ ਹੈ। ਤੇ ਕੀ ਜਿਹੜੇ ਇੱਧਰੋਂ ਗਏ ਆ, ਜਿਹੜੀ ਉਹਨਾਂ ਦੀ ਪੀਸੀਸੀ ਹੁੰਦੀਆਂ, ਕਈ ਵਾਰੀ ਸਾਹਮਣੇ ਆਉਂਦਾ ਵੀ ਉਹ ਇੱਧਰ ਕ੍ਰਿਮੀਨਲ ਉਹਨਾਂ ਦਾ ਰਿਕਾਰਡ ਹੁੰਦਾ, ਉਹ ਕੈਨੇਡਾ ਪਹੁੰਚ ਜਾਂਦੇ ਆ। ਜਿਹੜੇ ਉਹਨਾਂ ਨੂੰ ਪੀਸੀਸੀ ਦਿੰਦੇ ਆ, ਉਹਨਾਂ ਦੇ ਕਿੰਨੇ ਦੇ ਖਿਲਾਫ ਆਪਾਂ ਕਾਰਵਾਈ ਕੀਤੀ ਹੈ? ਕਾਫੀ ਨਹੀਂ, ਕੋਈ ਸਪੈਸੀਫਿਕ ਕੇਸ ਹੋਵੇ ਤਾਂ ਆਪਾਂ ਦੱਸ ਸਕਦੇ ਹਾਂ। ਪੀਸੀਸੀ ਜਦੋਂ ਆਪਾਂ ਦੇਈਦੀ ਉਦੋਂ ਆਪਾਂ ਦੇਖੀਦਾ ਕਿ ਇੱਥੇ ਇਹਦਾ ਕੋਈ ਰਿਕਾਰਡ ਹੈਗਾ ਕਿ ਨਹੀਂ ਹੈਗਾ। ਉਹਦੇ 'ਚ ਜੇ ਕਿਸੇ ਦੀ ਸ਼ਮੂਲੀਅਤ ਪਾਈ ਜਾਂਦੀ, ਮੰਨ ਲਓ ਕਿਸੇ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਦਰਜ ਆ ਔਰ ਜੇ ਕੋਈ ਉਹਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੰਦਾ ਹੈ ਤਾਂ ਉਹਦੇ ਖਿਲਾਫ ਤਾਂ ਸਖਤ ਕਾਰਵਾਈ ਕੀਤੀ ਜਾਏਗੀ। ਕੋਈ ਐਸਾ ਕੇਸ ਆਏਗਾ ਤਾਂ ਉਹਦੇ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਏਗੀ। ਸਰ, ਆਰਪੀਜੀ ਅਟੈਕ ਲਈ ਕੇਸ ਕੀ ਸਟੇਟਸ ਹੈ ਸਰ? ਜਿਵੇਂ ਸੀਗੇ ਝੜਕ ਸਿੰਘ ਵਗੈਰਾ, ਉਹਨਾਂ ਨੇ ਇਸ ਨੂੰ ਲੈ ਕੇ ਕੀ? ਮੈਂ ਨੈਕਸਟ ਵੀਕ ਤੁਹਾਨੂੰ ਦੱਸ ਪਾਵਾਂਗਾ ਜੀ, ਥੋੜਾ ਡਿਟੇਲਸ ਲੈ ਕੇ ਫਿਰ ਤੁਹਾਨੂੰ ਮੈਂ ਜ਼ਰੂਰ ਇੱਕ ਵਾਰੀ ਬਰੀਫ ਕਰ ਦਾਂਗਾ ਨੈਕਸਟ ਵੀਕ ਦੇ ਵਿੱਚ। ਉਹ ਲੱਗੇ ਹੋਏ ਜੀ, ਮਾਨਸਾ ਪੁਲਿਸ ਪੂਰੀ ਤਰ੍ਹਾਂ ਲੱਗੀ ਹੋਈ ਉਹਦੇ ਉੱਤੇ, ਔਰ ਸਾਰੇ ਇਨ ਕੋਆਰਡੀਨੇਸ਼ਨ ਵਿਦ ਅਦਰ ਏਜੰਸੀਜ਼ ਜਿਹੜੀਆਂ ਸਾਰਿਆਂ ਦੇ ਨਾਲ ਪ੍ਰੋਪਰ ਲੱਗੇ ਹੋਏ, ਔਰ ਜਲਦੀ ਮੇਰਾ ਖਿਆਲ ਸਕਸੈਸਫੁਲ ਹੋਏਗੀ ਪੰਜਾਬ ਪੁਲਿਸ। ਜਿਹੜਾ ਵੀ ਇਨਵੋਲਵ ਹੋਏਗਾ ਜੀ ਉਹਦੇ ਤੇ ਕਰਨਗੇ, ਉਹ ਮਾਨਸਾ ਪੁਲਿਸ ਵਿਦ AGTF ਸਾਰੇ ਲੱਗੇ ਹੋਏ ਉਸ ਪ੍ਰੋਸੈਸ ਦੇ ਉੱਤੇ। हिंदी च करना। पंजाब पुलिस ने जिस तरह से मानयोग CM साहब की इंस्ट्रक्शंस पे स्पेशल कैंपेन चलाया ड्रग्स के अगेंस्ट, उसमें लास्ट वीक हमने 389 FIR रजिस्टर किए, जिसमें 508 जो ड्रग स्मगलर्स और पेडलर्स को अरेस्ट किया है,
जिसमें 40 केसेस जो हैं कमर्शियल क्वांटिटी के हैं और 63 लार्ज स्मगलर्स जो कमर्शियल केसेस में इन्वॉल्व हैं उनको अरेस्ट किया है। और इसमें 8.37 केजी हेरोइन, 32.28 केजी ओपीएम, 53.2 केजी गांजा और 14,000 केजी पॉपी हस्क इसमें हमने रिकवर किया है। और सबसे जो रिमार्केबल अचीवमेंट है वो 7.93 लाख जो टैबलेट्स ओब्लिक इंजेक्शंस, जिसमें मेजर क्वांटिटी जो है फतेहगढ़ साहब डिस्ट्रिक्ट में जो कन्फिस्केट की गई है, और 11.73 लाख ड्रग मनी जो है वो रिकवर किया गया। इसके अलावा एक पेक्यूलियर केस आया जिसमें 3 लोग अरेस्ट किए थे जो एम्बुलेंस, फेक एम्बुलेंस बना के, फेक पेशेंट बना के जो स्मगलिंग कर रहे थे, जिसमें 8 केजी ओपीएम जो है वो मोहाली पुलिस ने रिकवर की है। सो लास्ट वीक जिस तरह से हर वीक अच्छी परफॉर्मेंस एक आ रही है मानजोग सीएम साहब और मानजोग डीजी साहब की हिदायतों पे, उसी तरह से ये अभियान जो है अगेंस्ट ड्रग्स पंजाब पुलिस का ये जारी है। सर, ये जो एम्बुलेंस वाला मामला है, इसमें थोड़ा सा बताएंगे रूट क्या था वहाँ से, जो बरेली से उससे पीछे से भी कहाँ से सप्लाई आई थी, और बेसिकली अब क्या ये यूपी के जरिए रूट कर रहे हैं पंजाब में ड्रग्स? नहीं, वो जिस तरह से मैंने पहले कहा कि पर्टिकुलर वी कैनॉट से, लेकिन इस केस में यूपी का एंगल आया है। 2 केसेस आए हैं जिसमें आया है, बट पहले हरियाणा बद्दी का भी आता था, हिमाचल का भी, कई जगह पे दिल्ली का भी आ रहा था। सो हर केस में बैकवर्ड लिंकेज में अलग अलग जगह पे लोकेशन आती है कई बार, बट हमारा है कि पूरा बैकवर्ड लिंकेज प्रॉपर इस्टेब्लिश किया जाए इन केस में। नहीं, उसमें ना हेल्थ डिपार्टमेंट से प्रॉपर कोऑर्डिनेट करना पड़ेगा, बट मोस्टली ये जो ऑपरेशन है ये इंफॉर्मेशन बेस्ड होना चाहिए, जिसमें पहले से अगर इंफॉर्मेशन हो, और मेन चेक जो है वो फेक एम्बुलेंसेस पे रखेंगे कि एम्बुलेंसेस, क्योंकि एम्बुलेंसेस को रोकना हर जगह पे इट्स नॉट वायबल, तो फेक एम्बुलेंसेस पे फोकस होगा कि किस तरह की चल रही। जैसे ये वाली जो पर्टिकुलर केस है इसमें फेक एम्बुलेंस थी, फेक पेशेंट था, सारा कुछ फेक किया हुआ था उन्होंने, तो इस पे ज़्यादा फोकस रहेगा। सर, जैसे सरप्राइज चेकिंग के नाके लगाए गए थे ऑल ओवर पंजाब, तो क्या ऐसे नाके और दोबारा बिल- मिल सकते हैं? बिल्कुल चलते रहेंगे। मानजोग डीजी साहब की ये इंस्ट्रक्शंस हैं, जैसे हमने किया था लास्ट वीक भी किया था, तो ये सरप्राइज नाके डे चेंज करके, टाइमिंग चेंज करके लगते रहेंगे ये नाके। थैंक यू जी, थैंक यू सो मच।